ਗੁਰੂ ਰੂਪ ਖਾਲਸਾ ਸੰਗਤ ਜੀ, ਆਪ ਜੀ ਵਡਭਾਗੇ ਹੋ। ਸੰਧਿਆ ਵੇਲੇ ਕੇ ਦੀਵਾਨਾ ਅੰਦਰ ਰਹਿਰਾਜ ਸਾਹਿਬ ਜੀ ਦੀ ਬਾਣੀ ਉਪਰੰਤ ਗੁਰੂ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਦਾ ਆਨੰਦ ਆਪ ਜੀ ਨੇ ਮਾਨਣਾ ਕੀਤਾ ਹੈ। 18ਵੀਂ ਸਦੀ ਦੇ ਸਿੰਘਾਂ ਦਾ ਉਹ ਇਤਿਹਾਸ ਜਿਸ ਨੇ ਪੰਜਾਬ ਦੀ ਜਿਹੜੀ ਹੈ ਉਹ ਕਾਇਆ ਪਲਟ ਕੇ ਰੱਖ ਦਿੱਤੀ। ਬੜਾ ਚਿਰ ਤੋਂ ਜਿਹੜਾ ਪੰਜਾਬ ਹੁਕਮਰਾਨਾਂ ਦਾ ਗੁਲਾਮ ਹੁੰਦਾ ਆ ਰਿਹਾ ਸੀ, ਉਹ ਸਮਾਂ ਦਿਨ ਬ ਦਿਨ ਲਾਗੇ ਆ ਰਿਹਾ ਹੈ ਕਿ ਖਾਲਸੇ ਨੇ ਆਪਣਾ ਰਾਜ ਜਿਹੜਾ ਹੈ ਉਹ ਕਾਇਮ ਕੀਤਾ। ਉਹ ਕਥਾ ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ, ਭਾਈ ਮਹਿਤਾਬ ਸਿੰਘ ਜੀ ਮੀਰਾ ਕੋਟੀਆਂ, ਤਿੰਨਾਂ ਦੇ ਪੋਤਰੇ, ਉਹਨਾਂ ਦੀ ਕਲਮ ਨੇ ਜੋ ਕਲਮਬੰਦ ਕੀਤਾ ਇਹ ਇਤਿਹਾਸ, ਇਸ ਇਤਿਹਾਸ ਤੋਂ ਵੱਡਾ ਕੋਈ ਗ੍ਰੰਥ ਨਹੀਂ ਹੈ ਸਾਡੇ ਕੋਲ ਜਿਹਦੇ ਉੱਤੇ ਜਿਹੜਾ ਹੈ ਫੁੱਲ ਚੜ੍ਹਾਏ ਜਾ ਸਕਣ। ਬਾਕੀ ਜਿੰਨੇ ਵੀ ਅੱਜ ਤੱਕ ਗ੍ਰੰਥ 18ਵੀਂ ਸਦੀ ਦੇ ਮੁਤਲਕ ਨਿਕਲੇ ਨੇ, ਇਸੇ ਹੀ ਗ੍ਰੰਥ ਤੋਂ ਜਿਹੜੀ ਹੈ ਸੇਧ ਲੈ ਕਰਕੇ ਨਿਕਲੇ ਨੇ। ਜੇ ਕੋਈ ਅੱਜ ਸਿੰਘਾਂ ਦੇ ਉੱਤੇ PhD ਵੀ ਕਰ ਰਿਹਾ ਹੈ ਜਾਂ ਕੀਤੀ ਹੈ, ਤੇ ਇਹਨਾਂ ਇਤਿਹਾਸਕ ਗ੍ਰੰਥਾਂ ਦਾ ਹੀ ਜਿਹੜੀ ਹੈ ਉਹ ਟੇਕ ਲਈ ਗਈ ਹੈ। ਸੋ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਇਹਨਾਂ ਬਾਬਿਆਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ, ਆਪਣਾ ਖੂਨ ਡੋਲਿਆ, ਤੇ ਅੱਜ ਅਸੀਂ ਇਹਨਾਂ ਪਾਵਨ ਪਵਿੱਤਰ ਗੁਰਧਾਮਾਂ ਦੇ ਉੱਤੇ ਬੈਠ ਕਰਕੇ ਆਪਣੇ ਵਡੇਰਿਆਂ ਦੀਆਂ ਇਹ ਕਹਾਣੀਆਂ ਸੁਣ ਰਹੇ ਹਾਂ। ਤੇ ਸਿੱਖ ਹੋਣ ਦੇ ਨਾਤੇ ਹਰ ਇੱਕ ਦਾ ਇਹ ਫਰਜ਼ ਹੈ ਸਿੱਖ ਦਾ ਕਿ ਆਪਣੇ ਵਡੇਰਿਆਂ ਦਾ ਉਹ ਜੀਵਨ ਜ਼ਰੂਰ ਸਰਵਣ ਕਰਨਾ ਲਾਜ਼ਮੀ ਬਣ ਜਾਂਦਾ ਹੈ, ਜਿਸ ਦੇ ਨਾਲ ਖੂਨ ਜਿਹੜਾ ਹੈ ਖੋਲਦਾ ਰਹੇ। ਕਿਤੇ ਖੂਨ ਜਿਹੜਾ ਹੈ ਗਫਲਤ ਦੀ ਨੀਂਦ ਨਾ ਸੁੱਤਾ ਰਹਿ ਜਾਵੇ। ਇਸ ਤਰ੍ਹਾਂ ਇਹ ਪਾਵਨ ਪਵਿੱਤਰ ਇਤਿਹਾਸ ਦੀ ਗਾਥਾ ਤੁਸੀਂ ਆਪ ਜੀ ਸੁਣਦੇ ਆ ਰਹੇ ਹੋ। ਸਿੰਘਾਂ ਨੇ ਜਿਹੜਾ ਹੈ ਉਹ ਪੰਜਾਬ ਨੂੰ ਆਪਣਾ ਰਾਜ ਕਾਇਮ ਕਰਦੇ ਹੋਇਆਂ ਇੱਕ ਪਾਸੇ ਦੁਆਬਾ ਮੰਨ ਲਿਆ, ਦੂਜੇ ਪਾਸੇ ਕਸੂਰ ਮੰਨ ਲਿਆ। ਇੱਧਰ ਤੈਮੂਰ ਸ਼ਾਹ ਜਿਹੜਾ ਲਾਹੌਰ ਦੇ ਵਿੱਚ ਲੋਕੇ ਬੈਠਾ ਹੋਇਆ ਸੀ, ਹਮਲਾ ਕੀਤਾ ਇਹਨੇ ਗੁਜਰਾਂਵਾਲ ਦੇ ਕਿਲੇ ਦੇ ਉੱਤੇ। ਤੇ ਸਿੰਘਾਂ ਨੇ ਬੜੇ ਆਪਣੇ ਦੂਰ ਅੰਦੇਸ਼ੀ ਦੀ ਸੋਚ ਦੇ ਨਾਲ ਇਹਨੂੰ ਵੀ ਜਿਹੜੀਆਂ ਨੇ ਉਹ ਭਾਜੜਾਂ ਪਾ ਦਿੱਤੀਆਂ, ਤੇ ਲਾਹੌਰ ਨੂੰ ਇਹਨੂੰ ਜਿਹੜਾ ਸੀ ਵਾਪਸ ਮੁੜਨਾ ਪਿਆ। ਦਿਨ ਬ ਦਿਨ ਖਾਲਸਾ ਜਿਹੜਾ ਸੀ ਉਹ ਵੱਧ ਰਿਹਾ ਸੀ, ਤੇ ਬਾਬਾ ਚੜ੍ਹਤ ਸਿੰਘ ਦੀ ਜਿਹੜੀ ਚੜ੍ਹਾਈ ਹੈ ਉਹ ਸੰਸਾਰ ਦੇ ਅੰਦਰ ਜਿਹੜੀ ਹੈ ਪ੍ਰਸਿੱਧ ਹੋ ਰਹੀ ਹੈ। ਬਾਬਾ ਚਨਾਬ ਵੀ ਜਿਹੜਾ ਸੀ ਉਹ ਪਾਰ ਕਰ ਗਿਆ। ਅੱਗੇ ਕਥਾ ਕਿਸ ਤਰ੍ਹਾਂ ਚੱਲਦੀ ਹੈ, ਦਿਓ ਅਸੀਂ ਸਰਵਣ ਕਰੀਏ। ਆਖੋ ਸਤਨਾਮ, ਬੋਲੋ ਆਖੋ ਸਤਨਾਮ, ਫਿਰ ਕਰੋ ਕਿਰਪਾ, ਆਖੋ ਸਤਨਾਮ, ਬੋਲਿਆ ਕਰੋ, ਆਖੋ ਜੀ ਸਤਨਾਮ। ਚੜ ਚਲਾਓ ਖਾਲਸੋ ਲੰਘਿਓ, ਕੀਨੇ ਦੁਰਗ ਵੱਡ ਖਾਪ। ਬਾਬਾ ਚੜ੍ਹਤ ਸਿੰਘ ਜਿਹੜਾ ਸੀ ਨਾ, ਫਿਰ ਗੁਜਰਾਂਵਾਲ ਤੋਂ ਅੱਗੇ ਨਿਕਲਿਆ ਤੇ ਇਹਨੇ ਚਨਾਬ ਜਿਹੜਾ ਸੀ ਨਾ ਉਹ ਪਾਰ ਕਰ ਲਿਆ। ਖਾਲਸਾ ਚਨਾਬ ਦਰਿਆ ਤੋਂ ਜਿਹੜਾ ਸੀ ਉਹ ਪਾਰ ਹੋ ਗਿਆ। ਜਿਹਲਮ ਚਨਾਬ ਇਹ ਪਾਕਿਸਤਾਨ ਦੇ ਵਿੱਚ ਰਾਵੀ, ਸਤਲੁਜ, ਬਿਆਸ, ਇਹ ਚੜ੍ਹਦੇ ਪੰਜਾਬ ਜਿੱਥੇ ਆਪਾਂ ਰਹਿੰਦੇ ਹਾਂ ਇੱਥੇ ਹੈ। ਇਸ ਕਰਕੇ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਪੰਜਾਬ, ਪੰਜ ਆਬ, ਪੰਜ ਪਾਣੀਆਂ ਦਾ ਪੰਜਾਬ ਕਿਹਾ ਗਿਆ ਸੀ। ਕੁਦਰਤੀ ਵੰਡ ਹੋ ਗਈ। ਰਾਵੀ ਤੋਂ ਅੱਗੇ ਚਨਾਬ ਤੇ ਚਨਾਬ ਤੋਂ ਅੱਗੇ ਜਿਹਲਮ। ਇਹ ਰਾਵੀ ਜਿਹੜੀ ਹੈ ਨਾ,
ਇਹ ਵਗਦੀ ਹੈ ਸ਼ਾਹਪੁਰ ਕੰਢੀ ਤੋਂ, ਜਿੱਥੋਂ ਆਪਾਂ ਰਣਜੀਤ ਸਾਗਰ ਡੈਮ ਜਿਹੜਾ ਹੈ ਉਹ ਵੀ ਦੇਖ ਸਕਦੇ ਹਾਂ। ਮਾਧੋਪੁਰ ਨੂੰ ਜਾਂਦੇ ਹਾਂ, ਸ਼ਾਹਪੁਰ ਕੰਢੀ ਇਲਾਕਾ ਹੈ। ਦੀਨਾਨਗਰ ਤੋਂ ਪਠਾਨਕੋਟ ਨੂੰ ਜਾਂਦਿਆਂ ਜਿਹੜਾ ਹੈ ਇਹ ਵਾਕਿਆ ਹੈ ਉੱਧਰ। ਬੜਾ ਤਗੜਾ ਡੈਮ ਬਣਿਆ ਹੈ ਬਿਜਲੀ ਪੈਦਾ ਕਰਨ ਵਾਸਤੇ। ਰਾਵੀ ਜਿਹੜੀ ਹੈ ਪੰਜਾਬ 'ਚੋਂ ਹੀ ਹੋ ਕਰਕੇ ਫਿਰ ਲਹਿੰਦੇ ਪੰਜਾਬ ਵੱਲ ਨੂੰ ਉੱਧਰ ਨੂੰ ਜਾਂਦੀ ਹੈ। ਬਾਬੇ ਨੇ ਚਨਾਬ ਤੱਕ ਜਿਹੜਾ ਸੀ ਆਪਣਾ ਨਿਸ਼ਾਨ ਖਾਲਸੇ ਦਾ ਝੁਲਾ ਦਿੱਤਾ ਹੈ ਜੀ। ਚੌਪਈ ਗੁੱਜਰ ਸਿੰਘ ਟੱਪ ਮੱਲੀ ਗੁਜਰਾਤ। ਤੇ ਭੰਗੀਆਂ ਦੀ ਨਸਲ ਦਾ ਇੱਕ ਗੁੱਜਰ ਸਿੰਘ ਸੀ ਸਰਦਾਰ, ਉਹਨੇ ਵੀ ਪੰਜਾਬ ਦਾ ਉੱਧਰ ਦਾ ਇਲਾਕਾ ਜੋ ਗੁਜਰਾਤ ਦਾ ਹੈ ਉਹ ਮੱਲ ਲਿਆ ਹੈ ਜੀ। ਕਰਮ ਸਿੰਘ ਖਾ ਬੋਲੀਓ ਜਾਤ। ਲੂਣ ਦੀਆਂ ਖਾਨਾਂ ਪਾਕਿਸਤਾਨ ਦੇ ਵਿੱਚ ਬੜੀਆਂ ਮਸ਼ਹੂਰ ਰਹੀਆਂ ਤੇ ਬਾਬਾ ਕਰਮ ਸਿੰਘ ਜੀ ਜਿਹੜੇ ਨਕਈ ਪਿੰਡ ਵਾਲੇ ਸਨ, ਉਹਨਾਂ ਨੇ ਨਾ ਉਹ ਇਲਾਕਾ ਖਾਨਾਂ ਵਾਲਾ ਮੰਨ ਲਿਆ, ਕਿਉਂਕਿ ਲੂਣ ਬੜਾ ਭਾਰੀ ਮਾਤਰਾ 'ਚ ਉਹਨਾਂ ਖਾਨਾਂ ਦੇ ਵਿੱਚੋਂ ਨਿਕਲਦਾ ਸੀ। ਇਸ ਕਰਕੇ ਉਹਨਾਂ ਨੇ ਉੱਥੇ ਕਬਜ਼ਾ ਕੀਤਾ ਜੀ। ਸਿਆਲਕੋਟ ਮਲ ਦਇਓ ਸ਼ਹੀਦਨ। ਬਾਬਾ ਦੀਪ ਸਿੰਘ ਜੀ ਦੀ ਜਿਹੜੀ ਮਿਸ਼ਲ ਸੀ ਸ਼ਹੀਦਾਂ, ਉਹਨਾਂ ਨੇ ਗੁਰ ਕੀ ਸੰਗਤ ਜੀ ਸਿਆਲਕੋਟ ਦਾ ਜਿਹੜਾ ਇਲਾਕਾ ਹੈ ਨਾ ਉਹ ਆਪਣੇ ਕਬਜ਼ੇ ਦੇ ਵਿੱਚ ਲਿਆਂਦਾ। ਇਹ ਸਿਆਲਕੋਟ ਦਾ ਇਲਾਕਾ ਜਦੋਂ ਇਤਿਹਾਸ ਦੇ ਵਿੱਚ ਵੇਖਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਇਸ ਇਲਾਕੇ ਦੇ ਵਿੱਚ ਗਏ ਤੇ ਉੱਥੇ ਫਿਰ ਇਹਨਾਂ ਦਾ ਮਿਲਾਪ ਜਿਹੜਾ ਹੈ ਮੂਲੇ ਖੱਤਰੀ ਦੇ ਨਾਲ ਹੁੰਦਾ ਹੈ। ਜਦੋਂ ਗੁਰੂ ਸਾਹਿਬ ਜੀ ਗਏ ਤੇ ਉਸ ਇਲਾਕੇ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ। ਪੁੱਛਣਾ ਕੀਤਾ ਕੀ ਹੋਇਆ? ਕਹਿਣ ਲੱਗੇ ਇੱਥੇ ਹਮਜ਼ਾ ਗੋਸ਼ ਪੀਰ ਹੈ, ਉਹ 6 ਮਹੀਨੇ ਦਾ ਚਲੀਸਾ ਜਿਹੜਾ ਹੈ ਉਹ ਕੱਟ ਰਿਹਾ। ਜਿੱਦਣ ਪੂਰਾ ਹੋ ਗਿਆ ਤੇ ਉਦੋਂ ਉਹਨੇ ਇਹ ਸਿਆਲਕੋਟ ਕਹਿੰਦਾ ਮੈਂ ਬਰਬਾਦ ਕਰ ਦੇਣਾ। ਉਹ ਕਹਿੰਦੇ ਇਹੋ ਜਿਹਾ ਕਿਹੜਾ ਬਲੀ ਆ ਗਿਆ ਜਿਹੜਾ ਕਹਿੰਦਾ ਪੂਰਾ ਨਗਰੀ ਜਿਹੜਾ ਹੈ ਉਜਾੜ ਦੇਣਾ। ਉਹਦੇ ਤਖਤ ਤੇ ਗਏ, ਉਹਦੇ ਡੇਰੇ ਤੇ ਗਏ ਤੇ ਆਪਣੀ ਹੰਗਤਾ ਦੇ ਕਰਕੇ ਬਾਹਰ ਨਾ ਆਇਆ। ਪਰ ਕੌਣ ਝੱਲੇ ਗੁਰੂ ਦੀ ਝਾਲਾ, ਬਾਹਰ ਆਉਣਾ ਪਿਆ। ਪੁੱਛਣਾ ਕੀਤਾ, ਹਾਂ ਭਈ ਸੁਣਿਆ ਬੜਾ ਜਪ ਤਪ ਹੈ ਤੇਰਾ। ਹਾਂਜੀ ਜੀ। ਸ਼ੀਲਾ ਕੱਟ ਰਿਹਾ? ਹਾਂਜੀ ਜੀ। ਸੁਣਿਆ ਤੂੰ ਨਗਰ ਉਜਾੜ ਦੇਣਾ? ਹਾਂਜੀ ਜੀ। ਕਿਉਂ, ਕੀ ਗੱਲ ਹੋ ਗਈ? ਕਹਿੰਦਾ ਵੀ ਇੱਥੋਂ ਦੇ ਜਿਹੜੇ ਬੰਦੇ ਨੇ ਨਾ ਉਹ ਬੇਇਤਫਾਕੇ ਗੱਲ ਕਰ ਜਾਂਦੇ ਨੇ, ਬਾਅਦ 'ਚ ਉਹ ਮੁੱਕਰ ਜਾਂਦੇ ਨੇ। ਕਹਿੰਦਾ ਹੋਇਆ ਕੀ ਬਾਬਾ? ਕਹਿੰਦਾ ਤੇ ਕਹਿੰਦਾ ਵੀ ਇੱਥੋਂ ਦਾ ਇੱਕ ਛਾਹ ਹੈ, ਉਹਦੇ ਘਰ ਪੁੱਤਰ ਪੈਦਾ ਹੋਇਆ ਤੇ ਕਹਿੰਦਾ ਸੀ ਜੇ ਪੁੱਤਰ ਪੈਦਾ ਹੋ ਜਾਵੇਗਾ ਤੇ ਇੱਕ ਪੁੱਤਰ ਜਿਹੜਾ ਹੈ ਦਾਨ 'ਚ ਦੇ ਦਾਂਗਾ। ਹੁਣ 4 ਪੁੱਤਰ ਪੈਦਾ ਹੋ ਗਏ ਤੇ ਜ਼ਬਾਨ ਤੋਂ ਮੁੱਕਰ ਗਿਆ। ਤੇ ਬਾਬਾ ਕਹਿੰਦਾ ਭਲਿਆ ਇੱਕ ਮੁੱਕਰਿਆ ਹੈ ਤੇ ਸਾਰੇ ਸਿਆਲਕੋਟ ਦਾ ਕੀ ਕਸੂਰ ਹੈ? ਕਹਿੰਦਾ ਨਹੀਂ, ਇੱਥੇ ਕੋਈ ਚੰਗਾ ਨਹੀਂ, ਕੋਈ ਸੱਚਾ ਨਹੀਂ। ਤੇ ਬਾਬਾ ਕਹਿੰਦੇ ਜੇ ਤੈਨੂੰ ਸੱਚਾ ਬੰਦਾ ਦੇ ਦਈਏ? ਆਂਦਾ ਇੱਦਾਂ ਨਹੀਂ ਹੋ ਸਕਦਾ। ਸੇਵਾਦਾਰ ਭੇਜਿਆ, 2 ਪਰਚੀਆਂ ਦੇ ਕਰਕੇ 2 ਆਨੇ ਵਾਹਿਗੁਰੂ ਦੇ ਕਰਕੇ, ਇੱਕ ਦਾ ਝੂਠ ਖਰੀਦਣਾ, ਇੱਕ ਦਾ ਸੱਚ ਖਰੀਦਣਾ। ਕਿਤੋਂ ਨਾ ਮਿਲਿਆ। ਮੂਲੇ ਖੱਤਰੀ ਦੀ ਦੁਕਾਨ ਤੇ ਜਦੋਂ ਗਿਆ ਸੇਵਾਦਾਰ, ਉਹਨੇ ਲਿਖ ਦਿੱਤਾ ਪਰਚੀ ਤੇ ਜੀਵਨਾ ਝੂਠ ਤੇ ਮਰਨਾ ਸੱਚ। ਕਹਿੰਦੇ ਲੈ ਹਮਜ਼ਾ ਗੋਸ਼, ਆ ਸੱਚੇ ਬੰਦੇ ਵੀ ਮਿਲ ਗਏ। ਚਰਨੀ ਪੈ ਗਿਆ, ਸਿਆਲਕੋਟ ਬਚ ਗਿਆ। ਇਹਨੂੰ ਬਾਬੇ ਦਾ ਸਿਆਲਕੋਟ ਵੀ ਕਹਿੰਦੇ ਨੇ। ਫਿਰ ਮੂਲੇ ਖੱਤਰੀ ਕੋ ਗਏ, ਹਫ਼ਤਾ ਕੇ ਰਹੇ, ਸ਼ਰਧਾਲੂ ਬਣਿਆ ਤੇ ਕਹਿੰਦਾ ਬਾਬਾ ਹੁਣ ਮੈਂ ਵੀ ਨਾਲ ਜਾਣਾ। ਜਦੋਂ ਬਾਬਾ ਜੀ ਕਹਿੰਦੇ ਕੀ ਕਰਨਾ ਨਾਲ ਜਾ ਕੇ? ਤੇਰਾ ਪਰਿਵਾਰ ਹੈ? ਕਹਿੰਦਾ ਨਹੀਂ, ਮੈਂ ਤੇ ਉਪਰਾਮ ਹੋ ਗਿਆ ਗ੍ਰਿਸਤ ਦੇ ਕੋਲ, ਇਹ ਬੱਚੇ ਤੇ ਝਮੇਲਾ ਹੀ ਹੈ। ਕਹਿੰਦੇ ਤੇਰੀ ਮਰਜ਼ੀ। ਤੁਰਿਆ ਨਾਲ 6 ਮਹੀਨੇ ਨਾਲ ਕੱਢੇ ਤੇ ਆਂਦੇ ਕਾਬਲ ਤੋਂ ਵੀ ਅੱਗੇ ਬਾਬਾ ਲੈ ਗਿਆ। ਇਤਿਹਾਸ ਦੇ ਵਿੱਚ 600 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਮਿਲਦਾ ਹੈ। ਤੇ ਇੱਕ ਦਿਨ ਫਿਰ ਬਾਬਾ ਨਾਨਕ ਕਹਿੰਦਾ ਹੈ ਮੂਲਿਆ ਬੜੀ ਮਾੜੀ ਹੋਈ। ਕਹਿੰਦਾ ਪਾਤਸ਼ਾਹ ਕੀ ਹੋਇਆ? ਆਂਦੇ ਤੇਰੀ ਘਰ ਦੀ ਨੇ ਕੱਲ੍ਹ ਨੂੰ ਮਰ ਜਾਣਾ।
ਕਿਉਂ ਪਾਤਸ਼ਾਹ? ਕਹਿੰਦਾ ਉਹ ਬੜੀ ਸਖਤ ਬਿਮਾਰ ਹੈ। ਪਾਤਸ਼ਾਹ ਮਾੜੀ ਹੋਈ ਹੈ, ਤੈਨੂੰ ਮਿਲਣਾ ਚਾਹੀਦਾ ਹੈ। ਪਾਤਸ਼ਾਹ ਹਾਂ ਮਿਲਣਾ ਤੇ ਚਾਹੀਦਾ, ਫਿਰ ਚਲਾ ਜਾ। ਪਾਤਸ਼ਾਹ ਜਾਵਾਂ ਕਿੱਦਾਂ? 600 ਕਿਲੋਮੀਟਰ ਦੂਰ ਆ ਗਈ, ਇੱਕ ਦਿਨ ਦੇ ਵਿੱਚ ਜਿਹੜਾ ਹੈ ਕਿੱਦਾਂ ਪੁੱਜ ਜਾਵਾਂ ਉੱਥੇ? 6 ਮਹੀਨੇ ਤੇ ਲੱਗੇ ਇੱਥੋਂ ਤੱਕ ਆਉਣ ਲਈ। ਤੇ ਬਾਬਾ ਕਹਿੰਦਾ ਜੇ ਚਾਹੇ ਤੇ ਤੈਨੂੰ ਹੁਣੇ ਭੇਜ ਦਿੰਦੇ ਨੇ। ਤੇ ਹੱਸ ਕੇ ਕਹਿੰਦਾ ਨਾ ਬਾਬਾ ਹੋਰ ਕੀ ਚਾਹੀਦਾ, ਫਿਰ ਭੇਜ ਘਰ। ਕਹਿੰਦਾ ਮੀਟ ਅੱਖਾਂ ਕਹਿ ਵਾਹਿਗੁਰੂ। ਅੱਖਾਂ ਮੀਟੀਆਂ, ਵਾਹਿਗੁਰੂ ਕਿਹਾ, ਤੇ ਘਰ ਦੀਆਂ ਦਲੀਜਾਂ ਦੇ ਸਾਹਮਣੇ ਜਾ ਕੇ ਖਲੋਤਾ। ਘਰ ਦੀ ਨੇ ਬੂਹਾ ਖੋਲ੍ਹਿਆ, ਕਹਿੰਦਾ ਆਓ ਜੀ। ਕਿੱਥੋਂ ਆਏ? ਕਹਿੰਦਾ ਸੰਤਾਂ ਦੇ ਨਾਲ ਚਲੋ ਗਿਆ। ਆਂਦੀ ਜੇ ਨਾ ਆਉਂਦੇ ਅੱਜ ਤੇ ਮੈਂ ਮਰ ਜਾਣਾ ਸੀ, ਹੁਣ ਨਾ ਜਾਓ। ਕਹਿੰਦਾ 7 ਵਜਨ। ਬਾਬਾ ਸਾਲ ਬਾਅਦ ਫਿਰ ਸਿਆਲਕੋਟ ਦੇ ਵਿੱਚ ਗਿਆ ਤੇ ਦੂਰੋਂ ਹੀ ਦੇਖ ਲਿਆ ਘਰ ਦੀ ਨੇ, ਤੇ ਜਾ ਕੇ ਕਹਿੰਦੀ ਇਹ ਸੁਣਿਓ ਜੀ। ਆਂਦਾ ਕੀ? ਕਹਿੰਦੀ ਉਹੀ ਬਾਬਾ ਆ ਗਿਆ, ਲੈ ਜਾਏਗਾ ਤੁਹਾਨੂੰ ਨਾਲ। ਕਹਿੰਦਾ ਅੱਛਾ ਹੁਣ ਕੀ ਕਰੀਏ? ਕਹਿੰਦੀ ਘੀਰਿਆਂ ਵਾਲੇ ਜਿਹੜਾ ਪਾਥੀਆਂ ਦਾ ਘੀਰਾ ਇਹਦੇ ਵਿੱਚ ਲੁਕ ਜਾ। ਘੀਰੇ 'ਚ ਲੁਕਾ ਦਿੱਤਾ ਪਾਥੀਆਂ ਦੇ। ਬਾਬਾ ਆਇਆ, ਮੂਲਿਆ ਕਿੱਥੇ? ਤੇ ਘਰ ਦੀ ਕਹਿੰਦੀ ਉਹ ਤੇ ਹੰਨੀ ਘਰ। ਬਾਬਾ ਕਹਿੰਦਾ ਚੰਗਾ। ਫਿਰ ਬਾਬਾ ਬਾਹਰ ਜਾ ਕੇ ਡੇਰਾ ਲਾਇਆ, ਜੋ ਉੱਥੇ ਗੁਰਦੁਆਰਾ ਹੈ ਬੇਰ ਸਾਹਿਬ। ਤੇ ਜਦੋਂ ਆਵਾਜ਼ਾਂ ਮਾਰੇ ਹੁਣ ਮੂਲੇ ਨੂੰ ਬਾਅਦ ਚੋਂ, ਤੇ ਮੂਲਾ ਕਿੱਥੋਂ ਨਿਕਲੇ? ਗਵਾਂਢੀਆਂ ਨੂੰ ਬੁਲਾਇਆ, ਘੀਰੇ 'ਚੋਂ ਮਾਹੀ ਧੋ ਕੇ ਬਾਹਰ ਕੱਢਿਆ। ਕੀ ਦੇਖਿਆ? ਸੱਪ ਲੜਿਆ ਤੇ ਸਰੀਰ ਨੀਲਾ ਪਿਆ। ਚਲ ਗਏ ਬਾਬੇ ਕੋਲ ਲੈ ਕਰਕੇ ਉਸ ਨੂੰ। ਤੇ ਬਾਬਾ ਕਹਿੰਦਾ ਹੁਣ ਇਹਦਾ ਲਿਖੀ ਇੱਦਾਂ ਸੀ, ਮੈਂ ਕੀ ਕਰ ਸਕਦਾ? ਪਿਆਰ ਨਾਲ ਆਖੋ ਸਤਿਨਾਮ। ਪਰਿਵਾਰ ਕੋਲੋਂ ਭੱਜਾ ਸੀ ਬਾਬੇ ਦੇ ਨਾਲ, ਤੇ ਬਾਬੇ ਕੋਲ ਜਾ ਕੇ ਫਿਰ ਚੇਤਨ ਲੱਗਾ, ਪਰਿਵਾਰ ਦੇ ਵਿੱਚ ਆ ਗਿਆ। ਹੁਣ ਇਹਦੀ ਮੌਤ ਇੱਦਾਂ ਲਿਖੀ ਸੀ, ਤੂੰ ਝੂਠ ਬੋਲਿਆ, ਕੀ ਕਰ ਸਕਦੇ ਹਾਂ? ਤੇ ਸਿੱਖ ਕਹਿਣ ਬਾਬਾ ਜੀ ਤੁਹਾਡਾ ਪਿਆਰਾ ਸੀ, ਕਰੋ ਕੁਝ। ਕਹਿੰਦੇ ਇੱਕੋ ਹੀ ਕੰਮ ਹੋ ਸਕਦਾ ਹੈ ਹੁਣ, 10ਵੇਂ ਜਾਮੇ ਦੇ ਵਿੱਚ ਜਿਹੜਾ ਇਹਦਾ ਉਧਾਰ ਹੋਵੇਗਾ। ਫਿਰ ਹਜ਼ੂਰ ਸਾਹਿਬ ਜੀ ਦੀ ਧਰਤੀ ਹੈ, ਗੁਰੂ ਕੀ ਸੰਗਤ ਜੀ ਜਿਨ੍ਹਾਂ ਨੇ ਉੱਥੇ ਦਰਸ਼ਨ ਕੀਤੇ ਹੋਣਗੇ ਸ਼ਿਕਾਰ ਘਾਟ ਦੇ। ਸ਼ਿਕਾਰ ਘਾਟ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਹੇ ਦਾ ਸ਼ਿਕਾਰ ਕੀਤਾ ਨਾ, ਇਹ ਸਹੇ ਦੀ ਜੂਨ 'ਚ ਪੈ ਚੁੱਕਾ ਸੀ। ਤੇ ਉਹ ਸਹੇ ਦਾ ਜਦੋਂ ਸ਼ਿਕਾਰ ਕੀਤਾ ਤੇ ਉਦੋਂ ਫਿਰ ਇਹਦਾ ਜਿਹੜਾ ਸੀ ਉਧਾਰ ਹੋਇਆ। ਇਹ ਮਾਇਆ ਜਦੋਂ ਬਾਬਾ ਜਿਹੜਾ ਵਰਤਾ ਦਿੰਦਾ ਹੈ, ਇਹ ਹੈ ਸਿਆਲਕੋਟ, ਜਿਹਨੂੰ ਬਾਬੇ ਦਾ ਸਿਆਲਕੋਟ ਕਹਿੰਦੇ। ਇੱਥੇ ਵੀ ਸਿੰਘਾਂ ਨੇ ਜਿਹੜਾ ਆਪਣੇ ਨਿਸ਼ਾਨ ਸਾਹਿਬ ਖਾਲਸੇ ਦੇ ਝੁਲਾ ਦਿੱਤੇ ਹਨ ਜੀ। ਸਭ ਸਿੱਧ ਕਾਜ ਖਾਲਸੇ ਦਿਨ ਦਿਨ। ਦਿਨੋਂ ਬਾ ਦਿਨ ਸਿੰਘਾਂ ਦੇ ਜਿਹੜੇ ਕਾਰਜ ਸੀ ਨਾ, ਉਹ ਰਾਸ ਹੁੰਦੇ ਜਾਂਦੇ ਸੀ। ਜਿੱਥੇ ਜਾਂਦੇ ਸੀ ਉੱਥੇ ਖਾਲਸਾਈ ਨਿਸ਼ਾਨ ਝੁਲਾ ਦਿੰਦੇ ਸਨ ਜੀ। ਦੋਹਰਾ ਚੜ ਸਿੰਘ ਚੜ ਜਹਲਮ ਟੱਪਿਓ, ਸਿਲ ਸਿਲ ਬੁਲੰਦ ਫੌਜਦਾਰ। ਦੂਜੇ ਪਾਸੇ ਜਿਹੜਾ ਸੀ ਨਾ ਆਪਣੇ ਚੜ੍ਹਤ ਸਿੰਘ ਜੀ ਹੁਣੀ, ਇਹਨਾਂ ਨੇ ਜਿਹਲਮ ਦਾ ਇਲਾਕਾ ਟੱਪ ਲਿਆ ਤੇ ਅੱਗੇ ਜਾ ਕਰਕੇ ਜਿਹੜਾ ਸਿਆਲਕੋਟ ਦੇ ਵਿੱਚ ਆਪਣੇ ਸਰ ਬੁਲੰਦ ਖਾਨ ਲੁਕਿਆ ਹੋਇਆ ਸੀ, ਜਾਂ ਉੱਥੇ ਉਹਨੇ ਡੇਰਾ ਕੀਤਾ ਹੋਇਆ ਸੀ, ਉਹਦੇ ਨਾਲ ਹੁਣ ਜਿਹੜਾ ਹੈ ਬਾਬੇ ਚੜ੍ਹਤ ਸਿੰਘ ਦਾ ਰਾਬਤਾ ਕਾਇਮ ਹੋਣ ਲੱਗਾ ਹੈ ਜੀ। ਡੇਰਾ ਬੈਠਾ ਲਾਏ ਸੋ, ਕਿਲੇ ਰਵਤਾਸ ਮਝਾਰ। ਰਵਤਾਸ ਦੇ ਕਿਲੇ ਦੇ ਅੰਦਰ ਇਹ ਸਰ ਬੁਲੰਦ ਖਾਨ ਜਿਹੜਾ ਸੀ ਨਾ, ਆਪਣਾ ਡੇਰਾ ਲਾ ਕੇ ਬੈਠਾ ਹੋਇਆ ਸੀ ਜੀ। ਚੌਪਈ ਹੁਤੋ ਬਹੁਤ ਥੋ ਮਨ ਮਗਰੂਰ। ਬੜਾ ਹੰਕਾਰੀ ਪੁਰਸ਼ ਸੀ, ਮਨ ਦੇ ਵਿੱਚ ਬੜਾ ਜਿਹੜਾ ਸੀ ਹੰਤਾ ਲੈ ਕੇ ਉੱਥੇ ਬੈਠਾ ਸੀ। ਹੁਤੋ ਗਿਲ ਜਨਮੈ ਸੋ ਵੱਡ ਸੂਰ। ਗਿਲਜਿਆਂ ਦੇ ਵਿੱਚ ਇਹ ਬੜਾ ਭਾਰੀ ਸੂਰਮਾ ਸੀ ਜੀ। ਬੇਗਮ ਹੋਏ ਪੜ ਰਹਿਓ ਸੋਏ। ਬੇਗਮ, ਗਮ ਤੋਂ ਰਹਿਤ ਹੋ ਕਰਕੇ, ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ, ਕੋਈ ਚਿੰਤਾ ਨਹੀਂ, ਕੋਈ ਸੋਗ ਨਹੀਂ। ਪਹਾੜ ਦੇ ਵਿੱਚ ਇਹ ਜਿਹੜਾ ਸੀ ਵਾਕਿਆ ਸੀ, ਤੇ ਇਸ ਕਰਕੇ ਕਿਲੇ ਦੇ ਅੰਦਰ ਬੇਗਮ ਹੋ ਕੇ ਸੁੱਤਾ ਰਹਿੰਦਾ ਸੀ ਕਿ ਖਾਧਾ ਪੀਤਾ ਤੇ ਬਾਅਦ 'ਚ ਸੋ ਲੈਣਾ। ਫਿਕਰ ਹੀ ਨਹੀਂ ਕੋਈ ਵੀ ਕੋਈ ਆ ਕੇ ਮੈਨੂੰ ਵੀ ਜਿਹੜਾ ਹੈ ਉਹ ਪਕੜ ਸਕਦਾ ਹੈ ਜੀ। ਮੱਧ ਪਹਾੜਨ ਕਿਲੋ ਲਖ ਸੋਏ। ਇਹ ਜਿਹੜਾ ਕਿਲਾ ਸੀ ਇਹ ਪਹਾੜੀਆਂ ਦੇ ਵਿਚਕਾਰ ਸੀ ਜੀ। ਚੜ ਸਿੰਘ ਨੈ ਸੋ ਸ਼ਿਕਾਰ ਥਕਾਇਆ। ਤੇ ਬਾਬਾ ਚੜ੍ਹਤ ਸਿੰਘ ਜੀ ਹੁਣ ਦੇਖਦੇ ਨੇ ਵੀ ਅਗਲਾ ਸ਼ਿਕਾਰ ਸਾਡਾ ਇਹ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਤਿਹ ਹੋਈ ਜਾ ਰਹੇ ਹਨ। ਪੰਜਾਬ, ਪੱਛਮ ਦਾ ਪੰਜਾਬ ਆਪਣੇ ਹੱਥਾਂ ਵਿੱਚ ਲੈ ਰਹੇ ਨੇ ਸਿੰਘ। ਤੇ
ਤੇ ਹੁਣ ਬਾਬੇ ਚੜ੍ਹ ਸਿੰਘ ਨੇ ਦੇਖਿਆ ਵੀ ਰੋਹਤਾਸ ਰਹਿ ਗਿਆ ਤੇ ਰੋਹਤਾਸ ਦੇ ਵਿੱਚ ਜਿਹੜਾ ਸਰ ਬੁਲੰਦ ਖਾਂ ਹੈ, ਹੁਣ ਇਹਨੂੰ ਜਿਹੜਾ ਹੈ ਆਪਣਾ ਸ਼ਿਕਾਰ ਬਣਾਈਏ। ਦੇ ਫੇਰੀ ਵਿੱਚ ਸੱਸਾ ਸੁਹਾਇਆ, ਤੇ ਇਹਨਾਂ ਨੇ ਨਾ ਹੁਣ ਸੱਸਾ ਸੁਹਾਇਆ ਜਿੱਦਾਂ ਨਾ ਉਹ ਕਹਾਰਨੀ ਫੇਰ ਕਰਕੇ ਖਰਗੋਸ਼ ਜਿਹੜੇ ਪਕੜ ਲੈਂਦੇ ਸਨ ਤੇ ਫਿਰ ਵਾਪਸ ਆ ਜਾਂਦੇ ਸਨ, ਫਿਰ ਛੱਡ ਦਿੰਦੇ ਸਨ। ਏਦਾਂ ਬਾਬਾ ਚੜ੍ਹ ਸਿੰਘ ਇੱਕਦਮ ਅੱਗੇ ਨੂੰ ਹੋਇਆ ਇਹਦੇ ਕਿਲੇ ਵੱਲ ਨੂੰ, ਤੇ ਘੁਮਾਰੀ ਜੀ ਦੇ ਕਰਕੇ ਨੇ 4 ਸਫੇਰਿਓ ਸਿਪੇ ਸਲਾਰਾਂ ਦੇ ਨਾਲ, ਤੇ ਫਿਰ ਬਾਬਾ ਚੜ੍ਹ ਸਿੰਘ ਵਾਪਸ ਮੁੜ ਆਇਆ ਜੀ। ਢੁੱਕ ਨੇੜਿਓ ਫਿਰ ਦੂਰ ਹੈ ਆਇਆ। ਇਸ ਤਰ੍ਹਾਂ ਬਾਰ-ਬਾਰ ਕਦੀ ਨੇੜੇ ਜਾਂਦਾ ਸੀ ਫੌਜ ਲੈ ਕੇ ਚੜ੍ਹ ਸਿੰਘ, ਤੇ ਕਦੀ ਪਿੱਛੇ ਹੋ ਜਾਂਦਾ ਸੀ। ਜਿਸ ਬਿਦ ਉਸ ਕੋ ਚਿੱਤ ਵਧਾਇਆ, ਜਿਹਦੇ ਨਾਲ ਉਹਦਾ ਨਾ ਚਿੱਤ ਵੱਧ ਗਿਆ ਸਰ ਬੁਲੰਦ ਖਾਨ ਦਾ। ਪਹਿਲਾਂ ਤੇ ਆਇਆ ਬਾਬਾ ਚੜ੍ਹ ਸਿੰਘ, ਫਿਕਰ ਪਿਆ ਥੋੜ੍ਹਾ ਜਿਹਾ, ਪਰ ਜਦੋਂ ਫੌਜਾਂ ਲੈ ਕੇ ਵਾਪਸ ਮੁੜਿਆ ਤੇ ਸਰ ਬੁਲੰਦ ਖਾਨ ਦਾ ਜਿਹੜਾ ਸੀ ਦਿਲ ਥੋੜ੍ਹਾ ਵੱਧ ਗਿਆ, ਖੂਨ ਵੱਧ ਗਿਆ। ਆਏ ਤਾਂ ਸੀ ਸਿੰਘ, ਪਰ ਕੁਝ ਕੀਤਾ ਨਹੀਂ ਇਹਨਾਂ ਨੇ, ਡਰ ਕੇ ਲੱਗਦਾ ਭੱਜ ਗਏ ਹਨ ਜੀ। ਮਗਰ ਸਿੰਘਨ ਸਭ ਗਿਲਜੇ ਭਏ, ਤੇ ਇਸ ਤਰ੍ਹਾਂ ਉਹਨੇ ਆਪਣੇ ਸਿੰਘਾਂ ਦੇ ਮਗਰ ਸਰ ਬੁਲੰਦ ਖਾਨ ਨੇ ਨਾ ਆਪਣੇ ਸਿਪਾਹੀ ਦੌੜਾ ਦਿੱਤੇ। ਸਿੰਘ ਜਿਹੜੇ ਸਨ ਉਹ ਕਿਲੇ ਦੇ ਲਾਗੇ ਗਏ, ਘੁਮਾਰੀ ਜੀ ਦਿੱਤੀ ਤੇ ਫਿਰ ਵਾਪਸ ਮੁੜ ਆਏ। ਇਹਨੇ ਸੋਚਿਆ ਸਿੰਘ ਭੱਜ ਕੇ, ਵਾਹਿਗੁਰੂ ਡਰ ਕੇ ਭੱਜੇ ਨੇ, ਇਸ ਕਰਕੇ ਨੇ ਆਪਣੀ ਫੌਜ ਹੁਣ ਸਿੰਘਾਂ ਦੇ ਪਿੱਛੇ ਦੌੜਾਈ ਹੈ ਜੀ। ਤੋ ਚੜ੍ਹ ਸਿੰਘ ਉਹਨਾਂ ਦੇਖੈ ਤਾਓ, ਤੇ ਇੱਦਾਂ ਦੂਜੇ ਪਾਸੇ ਬਾਬਾ ਚੜ੍ਹ ਸਿੰਘ ਜਿਹੜੇ ਸਨ ਉਹਨੂੰ ਝਮਾਕੀ ਦੇ ਕਰਕੇ, ਦਾਓ ਖੇਡ ਕਰਕੇ, ਭਾਵ ਇੱਕ ਚਲਾਕੀ ਖੇਡਣੀ ਕੀਤੀ ਹੈ। ਮੁੱਤ ਲੰਘਿਓ ਔਰ ਪਤਨ ਦਰਿਆਓ, ਮੁੱਤ ਲੰਘਿਓ ਔਰ ਪਤਨ ਦਰਿਆਓ। ਉਹ ਦਰਿਆ ਦਾ ਪਤਨ ਲੰਘ ਕੇ ਫੌਜ ਅੱਗੇ ਚਲੀ ਗਈ, ਤੇ ਬਾਬਾ ਚੜ੍ਹ ਸਿੰਘ ਜਿਹੜਾ ਸੀ ਨਾ ਉਸ ਕਿਲੇ ਦੇ ਇੱਕ ਪਾਸੇ ਉਹ ਨਿਕਲਿਆ ਸੀ, ਤੇ ਉਹ ਫੌਜਾਂ ਨੂੰ ਝਮਾਕਾ ਦੇ ਕਰਕੇ ਜਿਹੜਾ ਸੀ ਚਲਾਕੀ ਦੇ ਨਾਲ ਕਿਲੇ ਦੇ ਦੂਜੇ ਪਾਸੇ ਨੂੰ ਹੋ ਗਿਆ। ਜੈ ਚੜਿਓ ਸੋ ਕਿਲੇ ਰਬਤਾਸ, ਇਸ ਤਰ੍ਹਾਂ ਫੌਜਾਂ ਨੇ ਸੋਚਿਆ ਕਿ ਸਿੰਘ ਜਿਹੜੇ ਸਾਰੇ ਭੱਜ ਗਏ ਨੇ, ਪਰ ਬਾਬਾ ਚੜ੍ਹ ਸਿੰਘ ਜਿਹੜੇ ਸੈਨਾ ਝਮਾਕੀ ਦੇ ਕਰਕੇ ਦੂਜੇ ਪਾਸਿਓਂ ਦੇ ਜਾ ਕੇ ਉਹਨਾਂ ਨੇ ਕਿਲੇ ਦੇ ਉੱਤੇ ਕਬਜ਼ਾ ਕੀਤਾ ਜੀ। ਬੁਰਜ ਮੱਲ ਪਹਿਓ ਚਾਰੋਂ ਪਾਸ, ਕਿਲੇ ਦੇ ਚਾਰੇ ਬੁਰਜ ਜਿਹੜੇ ਸਨ ਬਾਬਾ ਜੀ ਦੀ ਫੌਜ ਨੇ ਮੱਲ ਲਏ। ਲੈ ਦਰਵਾਜ਼ਾ ਦੋ ਘੇਰ, ਤੇ ਜਿਹੜੇ ਅਗਲਾ ਤੇ ਪਛਾੜੀ ਦਰਵਾਜ਼ਾ ਸੀ ਕਿਲੇ ਦਾ, ਉਹ ਦੋਵੇਂ ਕਿਲੇ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਜਿਹੜੇ ਨੇ ਲੈ ਲਏ ਹਨ ਜੀ। ਧਰੀ ਮਾਰ ਰਮ ਜੰਗਨ ਘੇਰ, ਜਦੋਂ ਦੋਨਾਂ ਦਰਵਾਜ਼ਿਆਂ ਤੇ ਵੀ ਫੌਜ ਹੋ ਗਈ, ਚਾਰਾਂ ਬੁਰਜਾਂ ਦੇ ਉੱਤੇ ਵੀ ਫੌਜ ਜਿਹੜੀ ਬਾਬਾ ਚੜ੍ਹ ਸਿੰਘ ਦੀ ਚੜ੍ਹ ਗਈ। ਕੁਝ ਕੁ ਤੇ ਅੱਗੇ ਨੂੰ ਚਲੇ ਗਏ ਸਨ, ਉਹਨਾਂ ਨੂੰ ਭੁਲੇਖਾ ਲੱਗਾ ਕਿ ਹਰੇ ਫੌਜ ਭੱਜ ਗਈ ਹੈ, ਪਰ ਇੱਧਰ ਝਮਾਕੀ ਦੇ ਕਰਕੇ ਬਾਬਾ ਜੀ ਨੇ ਕਿਲੇ ਦੇ ਉੱਤੇ ਜਿਹੜਾ ਆਪਣਾ ਪਹਿਰਾ ਜਦੋਂ ਕਾਇਮ ਕੀਤਾ, ਤੇ ਫਿਰ ਰਾਮ ਜੰਗੇ ਕਹਿੰਦੇ ਨੇ ਬੰਦੂਕਾਂ ਨੂੰ। ਫਿਰ ਰਾਮ ਜੰਗਿਆਂ ਦੀਆਂ ਜਿਹੜੀਆਂ ਨੇ ਨਾ ਛਲਕਾਂ ਛਲਣੀਆਂ ਹੋਈਆਂ ਜੀ। ਦੋਹਰਾ ਖਬਰ ਉਨੈ ਕੋ ਤਬ ਪਈ, ਜਬ ਬਹੇ ਸਿੰਘ ਗੜ ਮੱਲ। ਪਹਿਲਾਂ ਤਾਂ ਖਬਰ ਨਾ ਹੋਈ ਇਹਨਾਂ ਨੂੰ ਸਰ ਬੁਲੰਦ ਖਾਨ ਹੁਣਾਂ ਨੂੰ, ਪਰ ਜਦੋਂ ਸਿੰਘ ਕਿਲੇ ਦੇ ਉੱਤੇ ਚੜ੍ਹ ਗਏ ਤੇ ਉੱਤੋਂ ਗੋਲੀਆਂ ਦੀ ਵਰਸ਼ਾ ਹੋਣ ਲੱਗੀ, ਤੇ ਫਿਰ ਇਹਨਾਂ ਦੀ ਜਿਹੜੀ ਹੈ ਨਾ ਸੁੱਤਿਆਂ ਦੀ ਨੀਂਦ ਜਿਹੜੀ ਹੈ ਉਹ ਖੁੱਲੀ ਹੈ ਜੀ। ਚਾਰ ਹੋਰ ਉਨ ਸਿੰਘ ਦਿਸੈ, ਪਰਿਓ ਗਿਲਜਨ ਥਰ ਥਲ। ਚਾਰੇ ਪਾਸੇ ਹੁਣ ਸਿੰਘ ਦਿਖਦੇ ਨੇ ਕਿਲੇ ਦੇ, ਤੇ ਅੱਗੇ ਗਿਲਜਨ ਜਿਹੜੇ ਨੇ ਥਰ ਥਰ ਕੰਬ ਰਹੇ ਹਨ ਜੀ। ਚੌਪਈ ਜਿਤ ਵੱਲ ਗਿਲਜੈ ਦੌੜ ਸੁਪਾਹੇ, ਜਿੱਧਰ ਵੀ ਗਿਲਜੇ ਦੌੜਦੇ ਕਰਦੇ ਸੀ ਜੀ। ਮੁੜੈ ਉਸੈ ਵੱਲ ਮਾਰ ਸੁਖਾਏ, ਤੇ ਉਧਰੋਂ ਹੀ ਫਿਰ ਜਿਹੜੀ ਸੀ ਨਾ ਸਿੰਘਾਂ ਦੀ ਮਾਰ ਉਹਨਾਂ ਨੂੰ ਪੈਂਦੀ ਸੀ, ਤੇ ਮੁੜ ਪੈਂਦੇ ਸਨ ਜੀ। ਨਠਿਓ ਜਹੈ ਸੋ ਵੱਲ ਦਰਵਾਜੇ, ਤੇ ਉਹ ਦਰਵਾਜ਼ਿਆਂ ਵੱਲ ਜਦੋਂ ਭੱਜਦੇ ਸਨ, ਮਾਰ ਹਟਾਏ ਹੋਏ ਕਰ ਬਾਜੇ। ਪਰ ਸਿੰਘਾਂ ਨੇ ਜਿਹੜਾ ਸੀ ਉਹਨਾਂ ਦੀ ਪੇਸ਼ ਨਾ ਚੱਲਣ ਦਿੱਤੀ, ਉੱਥੋਂ ਵੀ ਜਿਹੜਾ ਹੈ ਉਹਨਾਂ ਨੂੰ ਮਾਰ ਭਜਾਇਆ ਹੈ। ਜਿਤ ਵੱਲ ਜਾਹੇ ਉਤ ਮਾਰ ਹੈ ਖਾਹੇ, ਜਿੱਧਰ ਵੀ ਇਹ ਜਾਣ ਗਿਲਜੇ ਵੀ ਆਪਾਂ ਨਿਕਲ ਚੱਲੀਏ ਇੱਥੋਂ, ਪਰ ਇਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਉਧਰੋਂ ਕੁੱਟ ਪੈ ਰਹੀ ਹੈ ਸਿੰਘਾਂ ਦੇ ਕੋਲ ਜੀ। ਨਠਾ ਫਿਰੈ ਕਿਤੇ ਜਾਨ ਨਾ ਪਾਹੇ, ਨੱਠਣ ਨੂੰ ਫਿਰਦੇ ਹਨ, ਪਰ ਨੱਠਣ ਦਾ ਕੋਈ ਰਸਤਾ ਨਹੀਂ ਮਿਲਦਾ ਗੁਰ ਕੀ ਸੰਗਤ ਜੀ। ਨਠ ਭਜ ਗਿਆ ਸੋ ਥੱਕ ਪਏ, ਉਹ ਸਾਰੇ ਸਿਪਾਹੀ ਜਿਹੜੇ ਸਨ ਇਸ ਤਰ੍ਹਾਂ ਬਾਰ-ਬਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਜਦੋਂ ਗੱਲ ਨਾ ਬਣੀ ਉਦੋਂ ਥੱਕ ਗਏ ਹਨ ਜੀ। ਸਿਰ ਬੁਲੰਦ ਟਿਕ ਸੋ ਸਭ ਗਏ, ਉਹ ਸਾਰੇ ਸਰ ਬੁਲੰਦ
ਬੁਲੰਦ ਖਾਨ ਦੇ ਪੈਰਾਂ ਦੇ ਵਿੱਚ ਜਾ ਕੇ ਜਿਹੜੇ ਨੇ ਨਾ ਹੁਣ ਖਲੋ ਗਏ, ਭਾਵ ਉੱਥੇ ਮੱਥੇ ਟੇਕਣ ਲੱਗੇ। ਸਿਰ ਬੁਲੰਦ ਤਬ ਲੱਗ ਗਈ ਗੱਲ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਗੁਰ ਕਿਰਪਾ ਆਖੋ ਸਤਨਾਮ। ਉਦੋਂ ਫਿਰ ਸਾਰੇ ਬੁਲੰਦ ਖਾਨ ਨੂੰ ਨਾ ਇਹ ਸਾਰੀ ਖੇਡ ਦਾ ਪਤਾ ਲੱਗ ਗਿਆ ਕਿ ਬਾਬਾ ਚੜ੍ਹਤ ਸਿੰਘ ਨੇ ਤੇ ਜਿਹੜਾ ਸੀ ਉਹ ਝਮਾਕੀ ਦਿੱਤੀ ਹੈ, ਇਹ ਤੇ ਗਿਆ ਹੀ ਨਹੀਂ ਇੱਧਰੋਂ। ਇਹਨੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ, ਮੇਰੇ ਸਿਪਾਹੀ ਭੱਜਣ ਨੂੰ ਰਾਹ ਲੱਭਦੇ ਨੇ, ਰਾਹ ਇਹਨਾਂ ਨੂੰ ਮਿਲਦਾ ਨਹੀਂ ਪਿਆ, ਤੇ ਹੁਣ ਇਹਨਾਂ ਦੀ ਮੈਂ ਮਦਦ ਕੀ ਕਰਾਂ, ਮੈਂ ਤੇ ਆਪ ਜਿਹੜਾ ਹੈ ਕਿਲੇ ਦੇ ਵਿੱਚ ਨਜ਼ਰਬੰਦ ਹੋ ਗਿਆ। ਇਸ ਕਰਕੇ ਇਹਨੂੰ ਸਾਰੀ ਵਿਉਂਤਬੰਦੀ ਹੁਣ ਸਿੰਘਾਂ ਦੀ ਸਮਝ ਆ ਗਈ ਹੈ ਜੀ। ਹਥਿਆਰ ਸੁੱਟ ਕਰ ਭਇਓ ਮਹੱਲ, ਤੇ ਇਹਨੇ ਆਪਣੇ ਹਥਿਆਰ ਜਿਹੜੇ ਨੇ ਸੁੱਟ ਦਿੱਤੇ। ਗੁਰ ਕੀ ਸੰਗਤ ਜੀ, ਜਦੋਂ ਫੌਜ ਆਪਸ ਦੇ ਵਿੱਚ ਲੜਾਈ, ਵਾਹਿਗੁਰੂ ਦੋ ਫੌਜਾਂ ਦੀ ਲੜਾਈ ਹੁੰਦੀ ਹੋਵੇ ਤੇ ਸਾਹਮਣੇ ਵਾਲਾ ਹੱਥ ਖੜੇ ਕਰ ਦੇਵੇ ਨਾ, ਇਸ ਦਾ ਮਤਲਬ ਹੈ ਸਾਹਮਣੇ ਵਾਲੇ ਨੇ ਆਪਣੀ ਹਾਰ ਜਿਹੜੀ ਹੈ ਕਬੂਲ ਕਰ ਲਈ। ਸਰ ਬੁਲੰਦ ਖਾਨ ਦੀ ਪੇਸ਼ ਨਾ ਗਈ, ਇਹਨੇ ਆਪਣੇ ਹਥਿਆਰ ਸੁੱਟ ਦਿੱਤੇ, ਆਪਣੇ ਹੱਥ ਕਹਿ ਲਈਏ ਖੜੇ ਕਰ ਦਿੱਤੇ ਕਿ ਇਹ ਬਾਬਾ ਚੜ੍ਹਤ ਸਿੰਘ ਮੇਰੇ ਹੱਥ ਖੜੇ, ਮੈਂ ਇਹ ਰੋਹਤਾਸ ਦਾ ਕਿਲਾ ਜਿਹੜਾ ਹੈ ਇਹ ਤੇਰੇ ਅਧੀਨਗੀ ਦੇ ਵਿੱਚ ਕਰਦਾ ਹਾਂ, ਮੈਂ ਆਪਣੀ ਹਾਰ ਜਿਹੜੀ ਹੈ ਈਨ ਜਿਹੜੀ ਹੈ ਮੰਨ ਲਈ ਹੈ। ਚਾਕਰ ਸਦ ਮਸਨੰਦ ਬਛਾਈ, ਤੇ ਚਾਕਰ ਸੱਦ ਕਰਕੇ ਆਪਣੇ ਤੇ ਬੜੀ ਸੋਹਣੀ ਉਹਨੇ ਬਾਬੇ ਚੜ੍ਹਤ ਸਿੰਘ ਦੀ ਆਓ ਭਗਤ ਵਾਸਤੇ ਨਾ ਉਹਨੇ ਵਿਛਾਈ ਜਿਹੜੀ ਹੈ ਉਹ ਕਰਵਾਉਣੀ ਕੀਤੀ ਹੈ। ਵਕੀਲ ਘੱਲਿਓ ਉਹਨ ਚੜ੍ਹ ਸਿੰਘ ਪਾਈ, ਤੇ ਆਪਣਾ ਇੱਕ ਹਕਾਰਾ ਵਕੀਲ ਜਿਹੜਾ ਹੈ, ਡਾਕੀਆ ਕਹਿ ਲਈਏ, ਆਦਿਕ ਪੋਸਟਮੈਨ ਜਿਹੜਾ ਸੁਨਾਹ ਦੇਣ ਦੀ ਜਾਂਦਾ ਹੈ, ਉਹ ਭੇਜਣਾ ਕੀਤਾ ਬਾਬੇ ਚੜ੍ਹਤ ਸਿੰਘ ਵੱਲ ਜੀ। ਵਕੀਲਨ ਕਹੀ ਸਿੰਘ ਜੀ ਸੋ ਬਾਤ, ਵਕੀਲ ਕਹਿਣ ਲੱਗੇ ਸਿੰਘ ਜੀ ਇਹ ਗੱਲ ਸੁਣੋ, ਸਰ ਬੁਲੰਦ ਖਾਨ ਨੇ ਸਾਨੂੰ ਕਹਿ ਕੇ ਭੇਜੀ ਹੈ, ਚੜ੍ਹ ਸੂਬੇ ਕੀ ਕਰੋ ਮੁਲਾਕਾਤ, ਤੁਸੀਂ ਸੂਬੇ ਦੇ ਨਾਲ ਜਿਹੜੀ ਹੈ ਆਪਣੀ ਮੁਲਾਕਾਤ ਜਿਹੜੀ ਹੈ ਕਰਨੀ ਕਰੋ। ਉਹਨੇ ਆਪਣੇ ਹਥਿਆਰ ਸੁੱਟ ਦਿੱਤੇ ਨੇ, ਉਹ ਕਹਿੰਦਾ ਕਿ ਮੈਂ ਹਾਰ ਗਿਆ। ਚੜ੍ਹ ਸਿੰਘ ਜੀ ਨੇ ਸੋਈ ਮਾਨੀ, ਬਾਬੇ ਚੜ੍ਹਤ ਸਿੰਘ ਨੇ ਵੀ ਦੇਰ ਨਾ ਲਾਈ, ਕਹਿੰਦਾ ਠੀਕ ਹੈ ਭਾਈ, ਤੁਹਾਡੇ ਸੂਬੇ ਨੂੰ ਵੀ ਮਿਲ ਲੈਂਦੇ ਹਾਂ ਜਾ ਕੇ। 4000 ਸਿੰਘ ਮੋਹਰੇ ਠਾਨੀ, ਉਹਨਾਂ ਨੇ ਨਾਲ ਆਪਣੇ ਨਾਲ 4000 ਸਿੰਘਾਂ ਦਾ ਕਾਫਲਾ ਲਿਆ ਹੈ। ਦੋਹਰਾ ਸਿੰਘ ਸੂਬੇ ਪੇ ਜਾ ਪੁਜਿਓ, ਗਿਰਜਨ ਕਰਕੇ ਦੂਰ, ਸਾਰੇ ਗਿਲਜੀਆਂ ਨੂੰ ਇੱਕ ਸਾਈਡ ਤੇ ਕਰਕੇ ਬਾਬਾ ਚੜ੍ਹਤ ਸਿੰਘ ਜਿਹੜਾ ਮਹਾਨ ਯੋਧਾ ਸੀ ਉਹ ਸੂਬੇ ਦੇ ਦਰਬਾਰ ਅੰਦਰ ਜਾ ਵੜਿਆ ਹੈ। ਅੱਗੇ ਹੋਏ ਸੋ ਨਾ ਆਇਓ, ਕਰਿਓ ਮਿਜਾਜ ਇਸ ਸੂਰ, ਪਰ ਦੇਖੋ ਹਥਿਆਰ ਸੁੱਟ ਦਿੱਤੇ, ਬਾਹਾਂ ਖੜੀਆਂ ਕਰ ਲਈਆਂ, ਪਰ ਅੰਦਰ ਦਾ ਹੰਗਤਾ, ਅੰਦਰ ਦੀ ਹੰਕਾਰ, ਅੰਦਰ ਦੀ ਮੈਂ ਮੇਰੀ ਮਰੀ ਨਾ। ਬਾਬਾ ਚੜ੍ਹਤ ਸਿੰਘ ਆਇਆ ਮਿਲਣ ਵਾਸਤੇ, ਸੁਨਾਹ ਤੇ ਆਪ ਵੀ ਭੇਜਿਆ ਨਾ ਵੀ ਮਿਲੋ ਆ ਕਰਕੇ ਮੁਲਾਕਾਤ ਕਰਨੀ ਹੈ, ਪਰ ਇੰਨਾ ਹੰਕਾਰੀ ਹੈ ਹਜੇ ਵੀ ਕਿ ਉਹਨਾਂ ਦੇ ਅਦਬ ਦੇ ਵਿੱਚ ਜਿਹੜਾ ਅੱਗੇ ਨੂੰ ਨਹੀਂ ਆਇਆ। ਘਰ ਦੇ ਵਿੱਚ ਪ੍ਰਾਹੁਣਾ ਸੁਨਾਹ ਮਿਲ ਜਾਵੇ ਵੀ ਆਉਣ ਲੱਗਾ, ਆਪਾਂ ਮੂੰਹਾਂ 'ਚ ਆ ਜਾਂਦੇ ਵੀ ਸਾਡੇ ਘਰ ਕੋਈ ਪ੍ਰਾਹੁਣਾ ਆ ਰਿਹਾ, ਇਹਨੇ ਅਦਬ ਨਾ ਕੀਤਾ ਕੋਈ। ਚੌਪਈ ਜਬ ਹੀ ਸਿੰਘ ਜੀ ਨੇੜੇ ਗਇਓ, ਆਂਦੇ ਜਦੋਂ ਬਾਬਾ ਚੜ੍ਹਤ ਸਿੰਘ ਜੀ ਨੇੜੇ ਗਏ ਹਨ, ਕਦਮ ਤੋਂ ਇੱਕ ਪੀ ਅੱਗੇ ਨਾ ਆਇਓ, ਫਿਰ ਵੀ ਇੱਕ ਦੋ ਕਦਮ ਇਹ ਅੱਗੇ ਹੋ ਕੇ ਨਹੀਂ ਉਹਨਾਂ ਨੂੰ ਮਿਲਣ ਲਈ ਆਇਆ। ਸਿੰਘ ਜੀ ਪਾਸ ਜਾਣੋ ਨਹਿ ਫਿਰਾ, ਤੇ ਇਹ ਸਿੰਘ ਜੀ ਦੇ ਇਸ ਤਰ੍ਹਾਂ ਮੰਨ ਲਈਏ ਕਿ ਬਿਲਕੁਲ ਨਜ਼ਦੀਕ ਆਉਣਾ ਚਾਹੁੰਦਾ ਸੀ ਪਰ ਆ ਨਹੀਂ ਸਕਿਆ। ਪਾਸ ਗਏ ਸਿੰਘ ਦੋਪਿਆ ਖੜਾ, ਪਰ ਜਦੋਂ ਇੱਕਦਮ ਬਾਬਾ ਚੜ੍ਹਤ ਸਿੰਘ ਜੀ ਦੇ ਕੋਲ ਜਾ ਪੁੱਜੇ ਨਾ ਤੇ ਉਦੋਂ ਇੱਕਦਮ ਜਿਹੜਾ ਖੜਾ ਹੋ ਗਿਆ, ਨਾ ਤੇ ਅੱਗੇ ਤੁਰ ਕੇ ਗਿਆ ਪਹਿਲਾਂ, ਨਾ ਹੀ ਉਹਨਾਂ ਦੇ ਅਦਬ ਵਾਸਤੇ ਜਿਹੜਾ ਸੀ ਉਹ ਖੜਾ ਹੋਇਆ ਸੀ। ਪਰ ਹੁਣ ਜਦੋਂ ਚੜ੍ਹਤ ਸਿੰਘ ਜੀ ਹੁਣੇ ਸਾਹਮਣੇ ਆ ਗਏ, ਸਨਮੁਖ ਹੋ ਗਏ ਨਾ, ਤੇ ਇੱਕਦਮ ਜਿਹੜਾ ਸੀ ਨਾ ਪੈਰਾਂ ਥੱਲੋਂ ਜ਼ਮੀਨ ਨਿਕਲੀ, ਤੇ ਇਸ ਕਰਕੇ ਹੁਣ ਇਹ ਖੜਾ ਹੋ ਗਿਆ। ਕਹੈ ਸਿੰਘ ਮੋਹਿ ਆਏ ਮਿਲੇ ਗੱਲ, ਤੇ ਕਹਿਣ ਲੱਗਾ ਸਿੰਘ ਜੀ ਮੈਨੂੰ ਆ ਕੇ ਨਾ ਗਲੇ ਮਿਲੋ, ਗਲੇ ਮੇਰੇ ਨਾਲ ਜਿਹੜੀ ਹੈ ਜੱਫੀ ਪਾ ਲਓ। ਸਿਆਣਨ ਕਹਿਓ ਮਤ ਇਹ ਕਰ ਛਲ, ਪਰ ਜਿਹੜੇ ਨਾਲ ਸਿਆਣੇ ਹੋਰ ਸਰਦਾਰ ਸੀ ਨਾ ਉਹਨਾਂ ਨੇ ਕਿਹਾ ਬਾਬਾ ਜੀ ਇਹਦੇ ਨਾਲ ਜੱਫੀ ਨਾ ਪਾਓ, ਪਤਾ ਨਹੀਂ ਦੁਸ਼ਮਣ ਹੈ, ਉਸੇ ਵੇਲੇ ਕਿਰਚ ਨਾਲ ਕੋਈ ਵਾਰ ਨਾ ਕਰ ਦੇਵੇ, ਇਹਦਾ ਦਾਓ ਹੈ ਤੇ ਬੜਾ
ਜਿਹੜਾ ਹੈ ਚਲਾਕ ਚੁਸਤ ਹੈ, ਜੱਫੀ ਪਾਉਣ ਦੇ ਬਹਾਨੇ ਕੋਈ ਕਾਰਾ ਹੀ ਨਾ ਕਰ ਦਵੇ, ਇਸ ਕਰਕੇ ਤੁਸੀਂ ਇਹਨੂੰ ਜੱਫੀ ਨਹੀਂ ਪਾਉਣੀ। ਸਿੰਘ ਜੀ ਠੌਰ ਸਿਪਾਹੀ ਮਿਲਾਇਓ, ਤੁਸੀਂ ਕਿਸੇ ਸਿਪਾਹੀ ਨੂੰ ਮਿਲਾ ਦਿਓ, ਇਸ ਕਰਕੇ ਸਿੰਘ ਜੀ ਨੇ ਨਾ ਭਾਵ ਬਾਬਾ ਚੜ੍ਹਤ ਸਿੰਘ ਜੀ ਉਹਨਾਂ ਨੇ ਆਪ ਨਹੀਂ ਜਾਣਾ ਕੀਤਾ ਇਹਨੂੰ ਮਿਲਣ ਲਈ, ਅੱਗੇ ਇੱਕ ਸਿੰਘ ਕਰ ਦਿੱਤਾ ਹੈ। ਉਸੀ ਠੌਰ ਉਸ ਪਕੜ ਬਹਾਇਓ, ਤੇ ਉਸੇ ਸਮੇਂ ਜਦੋਂ ਮਿਲਿਆ ਸਿੰਘ ਤੇ ਨਾਲ ਹੀ ਬਾਬਾ ਚੜ੍ਹਤ ਸਿੰਘ ਜੀ ਹੁਣਾਂ ਨੇ ਸਰ ਬੁਲੰਦ ਖਾਨ ਨੂੰ ਜਿਹੜਾ ਸੀ ਨਾ ਪਕੜ ਕਰਕੇ ਨਾ ਆਪਣੇ ਲਾਗੇ ਬਿਠਾ ਲਿਆ। ਉਸ ਅਸਬਾਬ ਸਭ ਲੀਨੋ ਸਾਬ, ਉਹਦੇ ਸਿਪਾਹੀ, ਉਹਦੇ ਜਿੰਨੇ ਹਥਿਆਰ ਨੇ ਆਦਿਕ ਸਬਾਬ, ਜਿਹੜਾ ਸਬਾਬ ਆਦਿਕ ਸਭ ਕੁਝ ਜਿਹੜਾ ਹੈ ਸਮਾਨਾ ਸਰ ਬੁਲੰਦ ਨੂੰ ਆਪਣੀ ਕੈਦ ਦੇ ਵਿੱਚ ਲੈ ਲਿਆ ਤੇ ਉੱਥੋਂ ਦਾ ਜੋ ਵੀ ਸਮਿਆਨਾ ਹੈ ਉਹ ਵੀ ਸਿੰਘਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ। ਠਾਣਾ ਕਿਨੋ ਕੀ ਲੈ ਦਰਾਮ, ਤੇ ਸਾਰਾ ਠਾਣਾ ਭਾਵ ਉਹ ਜਿਹੜਾ ਕਿਲਾ ਸੀ ਉਹ ਆਪਣਾ ਠਾਣਾ ਬਣਾ ਲਿਆ। ਮੁਲਕ ਚ ਤਰਫੀ ਸਭ ਆਏ ਮਿਲਾ, ਤੇ ਜਦੋਂ ਇੰਨੀ ਚੜ੍ਹਤ ਹੋਈ ਕਿ ਸਰ ਬੁਲੰਦ ਖਾਂ ਕੈਦ ਕਰ ਲਿਆ ਸਿੰਘਾਂ ਨੇ ਤੇ ਲਾਗੇ ਦੇ ਜਿੰਨੇ ਲੋਕ ਸਨ ਉਹ ਬਾਬਾ ਜੀ ਨੂੰ ਮਿਲਣ ਆਏ ਹਨ। ਗਿਰਦਰ ਅਵਤਾਸ ਹੋਤ ਥੋ ਜਿਲਾ, ਇਹ ਇੰਨਾ ਭਾਰੀ ਇਹਨਾਂ ਦਾ ਉੱਥੇ ਕਹਿੰਦੇ ਹਨ ਕਿ ਜਾਲੋ ਜਲਾ ਫੈਲਿਆ ਕਿ ਇਹ ਜਿਹੜਾ ਰੋਹਤਾਸ ਦਾ ਕਿਲਾ ਸੀ ਬਾਬਾ ਜੀ ਨੇ ਆਪਣਾ ਜ਼ਿਲ੍ਹਾ ਬਣਾ ਲਿਆ। ਉਸ ਦਿਨ ਤੇ ਵੱਡ ਪਇਓ ਸਰਦਾਰ, ਉਸ ਦਿਨ ਤੇ ਸਰਦਾਰ ਚੜ੍ਹਤ ਸਿੰਘ ਦਾ ਪ੍ਰਤਾਪ ਦਿਨੋਂ ਦਿਨ ਜਿਹੜਾ ਸੀ ਵੱਧਦਾ ਗਿਆ ਜੀ। ਮਿਲ ਪਇਓ ਮੁਲਕ ਔਰਾਰ ਔਰ ਪਾਰ, ਤੇ ਹੋਰ ਵੀ ਜਿਹੜੇ ਸੀ ਮੁਲਕ ਜਿਹੜੇ ਜਿਹਲਮ ਤੋਂ ਤੇ ਚਨਾਬ ਤੋਂ ਆਰ ਪਾਰ ਸਨ ਉਹ ਵੀ ਸਾਰੇ ਜਿਹੜੇ ਹਨ ਬਾਬਾ ਜੀ ਨੂੰ ਆ ਕੇ ਹੁਣ ਮਾਮਲਾ ਗਰਾਉਂਦੇ ਹਨ ਜੀ। ਜਿੱਧਰ ਜਾਏ ਤਿੱਧਰ ਫਤਿਹ ਪਾਏ, ਜਿੱਧਰ ਬਾਬਾ ਜੀ ਚੜ੍ਹਤ ਕਰਦੇ ਹਨ ਉਧਰ ਹੀ ਫਤਿਹ ਜਿਹੜੀ ਹੈ ਇਹਨਾਂ ਦੇ ਪੈਰ ਚੁੰਮਦੀ ਹੈ। ਅੱਗੇ ਹੁਸੈਨਾ ਪਊ ਅੜਾਏ, ਚੜ੍ਹਤ ਸਿੰਘ ਦੇ ਅੱਗੇ ਹੁਣ ਕੋਈ ਵੀ ਜਿਹੜਾ ਹੈ ਪੱਛਮੀ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਲਹਿੰਦਾ ਪੰਜਾਬ ਕਹਿੰਦੇ ਅੱਜ, ਉੱਥੇ ਕੋਈ ਵੀ ਨਹੀਂ ਅੜਦਾ ਕਿ ਕੋਈ ਸੂਰਮਾ ਬਾਬੇ ਚੜ੍ਹਤ ਸਿੰਘ ਦੇ ਅੱਗੇ ਹੋ ਕੇ ਅੜ ਜਾਵੇ। ਦੋਹਰਾ ਨਾਲੇ ਬੰਦਿਓ ਵਹ ਫਿਰੈ, ਚਾਚਾ ਅਹਿਮਦ ਸ਼ਾਹੇ, ਚਾਚਾ ਅਹਿਮਦ ਸ਼ਾਹੀ ਅਬਦਾਲੀ, ਅੱਜ ਤੇਰਾ ਚਾਚਾ ਸਿੰਘਾਂ ਨੇ ਜਿਹੜਾ ਹੈ ਨਾ ਬੰਨ ਲਿਆ। ਅਹਿਮਦ ਸ਼ਾਹ ਦਾ ਚਾਚਾ ਸਰ ਬੁਲੰਦ ਖਾਂ ਹੈ ਤੇ ਸਰ ਬੁਲੰਦ ਖਾਂ ਨੂੰ ਹੁਣ ਜਿੱਧਰ ਵਹੀਰ ਤੁਰਦੀ ਹੈ ਨਾ ਸਿੰਘਾਂ ਦੀ ਨਾਲੇ ਨਾਲ ਰੱਖਿਆ ਸਿੰਘਾਂ ਨੇ। ਕਾਰਨ ਕੀ, ਦੁਨੀਆ ਨੂੰ ਪਤਾ ਲੱਗ ਜਾਏ ਜਿਹੜਾ ਅਬਦਾਲੀ ਦਿੱਲੀ ਤੱਕ ਫਤਿਹ ਕਰਕੇ ਆਇਆ, ਕਾਬਲ ਕੰਧਾਰ ਜਿਹਨੇ ਨਹੀਂ ਛੱਡਿਆ, ਅੱਜ ਉਹਦਾ ਚਾਚਾ ਸਿੰਘਾਂ ਨੇ ਜਿਹੜਾ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਇਤਿਹਾਸ ਲਿਖਿਆ ਜਾਵੇਗਾ ਕਿ ਇਹ ਅਬਦਾਲੀ ਉਹੀ ਹੈ ਜਿਹਦਾ ਚਾਚਾ ਸਿੰਘਾਂ ਨੇ ਜਿਹੜਾ ਸੀ ਨਾ ਉਹ ਰੋਹਤਾਸ ਦੇ ਕਿਲੇ ਦੇ ਵਿੱਚ ਜਾ ਕਰਕੇ ਆਪ ਬੰਦੀ ਬਣਾਇਆ ਤੇ ਜਿੱਧਰ ਜਿੱਧਰ ਵਹੀਰ ਚੱਲਦੀ ਸੀ ਉਧਰ ਇਹ ਚਾਚਾ ਨਾਲ ਨਾਲ ਰਹਿੰਦਾ ਸੀ। ਇੱਥੋਂ ਤੱਕ ਮਿਲਦਾ ਹੈ ਕੋਈ ਹੱਥ ਕੜੀ ਨਹੀਂ ਲਗਾਈ ਇਹਨੂੰ, ਸਿਰਫ ਖੁੱਲਾ ਵੀ ਜੇ ਭੱਜ ਸਕਦਾ ਹੈ ਤੇ ਭੱਜ ਵੀ ਸਕਦਾ ਹੈ, ਪਰ ਇਹਦੀ ਇੰਨੀ ਹਿੰਮਤ ਨਹੀਂ ਸੀ। ਜਿੱਧਰ ਨੂੰ ਇਹ ਵਹੀਰ ਸਿੰਘਾਂ ਦੀ ਜਾਂਦੀ ਸੀ ਇਹ ਚਾਚਾ ਨਾਲ ਨਾਲ ਤੁਰਦਾ ਸੀ। ਆਂਦੇ ਉਹ ਅਬਦਾਲੀ ਦਾ ਚਾਚਾ ਜਿੱਧਰ ਸਿੰਘ ਜਾਣ ਉਧਰ ਨੂੰ ਜਾਂਦਾ ਹੈ। ਭਾਈ ਰਾਜ ਕਰ ਡਾਬਿਓ ਕਿਸੇ ਨ ਨਜ਼ਰ ਲਿਆਏ, ਤੇ ਇਹੋ ਜਿਹਾ ਸੀ ਇਹ ਰਾਜਾ ਸਰ ਬੁਲੰਦ ਖਾਂ ਕਿ ਕਿਸੇ ਨੂੰ ਆਪਣੀਆਂ ਨਜ਼ਰਾਂ ਦੇ ਵਿੱਚ ਹੀ ਨਹੀਂ ਸੀ ਰੱਖਦਾ, ਇੰਨਾ ਹੰਕਾਰੀ ਸੀ। ਪਰ ਜਦੋਂ ਸਿੰਘਾਂ ਨੇ ਹੁਣ ਰਾਜ ਭਾਗ ਖੋਲਿਆ ਇਹਦੀ ਆਕੜ ਜਿਹੜੀ ਹੈ ਭੱਜ ਗਈ ਹੈ ਜੀ। ਚੌਪਈ ਸਿਰ ਬੁਲੰਦ ਜਿਉ ਪਾਲਕੀ ਪਾਏ, ਸਿੰਘਾਂ ਨੇ ਇਹਨੂੰ ਪਾਲਕੀ ਦੇ ਵਿੱਚ ਜਿਹੜਾ ਹੈ ਬਿਠਾਉਣਾ ਕੀਤਾ ਹੈ। ਮਤ ਡੇਰੇ ਉਸ ਡੇਰੇ ਕਰਾਏ, ਜਿੱਥੇ ਆਪਣਾ ਡੇਰਾ ਲਾਇਆ ਸੀ ਬਾਬਾ ਜੀ ਹੁਣਾਂ ਨੇ ਉਹਦੇ ਵਿੱਚ ਘਰ ਹੀ ਇੱਕ ਇਹਦਾ ਜਿਹੜਾ ਹੈ ਉਹ ਡੇਰਾ ਬਣਾ ਦਿੱਤਾ ਕਿ ਭਾਈ ਇੱਥੋਂ ਨਿਕਲੀ ਨਾ, ਹੁਣ ਇੱਥੇ ਸਾਡੇ ਨਾਲ ਹੀ ਰਹਿ ਤੂੰ, ਤੈਨੂੰ ਆਪਾਂ ਨਜ਼ਰਬੰਦ ਕਰ ਲਿਆ। ਕਰੋੜ ਰੁਪਈਆ ਸਿੰਘ ਜੀ ਉਸ ਮੰਗੈ, 1 ਕਰੋੜ ਰੁਪਈਆ ਫਿਰ ਬਾਬੇ ਚੜ੍ਹਤ ਸਿੰਘ ਨੇ ਨਾ ਸਰ ਬੁਲੰਦ ਖਾਂ ਕੋ ਮੰਗਿਆ। ਆਂਦਾ ਜੇ ਭਲੀ ਚਾਹੁੰਦਾ ਆਜ਼ਾਦ ਹੋਣਾ ਚਾਹੁੰਦਾ ਆਪਣੀ ਜਾਨ ਬਖਸ਼ਾਉਣੀ ਚਾਹੁੰਦਾ 1 ਕਰੋੜ ਰੁਪਈਆ ਦੇ ਦੇ। ਵਹ ਖਾਨੋ ਨਿਤ ਸਿੰਘ ਤੇ ਜੰਗੈ, ਤੇ ਉਹ
ਅੱਗੋਂ ਦੱਸਾਂ ਕੀ ਕਹਿੰਦਾ, ਆਂਦਾ ਮੈਨੂੰ ਤੇ ਇੱਥੇ ਖਾਣ ਦੇ ਲਾਲੇ ਪਏ, ਸਾਰਾ ਕੁਝ ਤਾਂ ਤੁਸੀਂ ਮੇਰਾ ਖੋਹ ਲਿਆ, ਮੈਂ ਤੁਹਾਨੂੰ ਜਿਹੜਾ ਹੈ 1 ਕਰੋੜ ਰੁਪਈਆ ਕਿੱਥੋਂ ਦੇਵਾਂ ਜੀ। मोह आखै मोहे सूबा बनाए। ਕਹਿੰਦਾ ਮੈਨੂੰ ਤੂੰ ਆਪਣਾ ਹੁਣ ਜਿਹੜਾ ਹੈ ਸੂਬੇਦਾਰ ਨੀਅਤ ਕਰ ਲੈ ਬਾਬਾ, मेरे मगर सब फौज लगवाए। ਮੇਰੇ ਨਾਲ ਕੁਝ ਫੌਜ ਜਿਹੜੀ ਹੈ ਉਹ ਵੀ ਖੜੀ ਕਰ ਦੇ। अहमद शाह सम तू बन शाहो। ਅੱਗੇ ਅਹਿਮਦ ਸ਼ਾਹ ਮੇਰਾ ਬਾਦਸ਼ਾਹ ਸੀ, ਬਾਬਾ ਚੜ੍ਹਤ ਸਿੰਘ ਜੀ ਹੁਣ ਮੈਨੂੰ ਸੂਬੇਦਾਰ ਬਣਾ, ਤੂੰ ਆਪਣਾ ਨਾਲ ਫੌਜ ਦੇ ਦੇ, ਤੇ ਅੱਜ ਤੋਂ ਬਾਅਦ ਮੈਂ ਤੇਰੀ ਅਧੀਨਗੀ ਕਬੂਲੀ, ਅੱਜ ਤੋਂ ਬਾਅਦ ਤੂੰ ਮੇਰਾ ਬਾਦਸ਼ਾਹ, मैनू अपनो सूबा बनाए। ਮੈਨੂੰ ਬਣਾ ਆਪਣਾ ਸੂਬੇਦਾਰ। सिंह जी कहियो हम गुरशा कियो। ਅੱਗੋਂ ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ ਕਿ ਸਾਨੂੰ ਨਾ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਨਾ ਪਹਿਲਾਂ ਹੀ ਸ਼ਾਹ ਬਣਾਇਆ, ਪਹਿਲਾਂ ਹੀ ਪਾਤਸ਼ਾਹ ਬਣਾਇਆ। ਆਪਾਂ ਇੱਕ ਬਚਨ ਪੜ੍ਹਦੇ ਬਾਣੀ ਦੇ ਅੰਦਰ, ਜਿਸ ਨੂੰ ਬਖਸ਼ੈ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਜੈਤਸਰੀ ਦੀ ਵਾਰ ਦੇ ਅੰਦਰ ਇੱਕ ਬਚਨ ਚੱਲਦਾ ਹੈ, ਬਸਤਾ ਟੂਟੀ ਝੂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਧਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਪੀਨਾ। 1-2 ਮਿੰਟ ਆਪ ਜੀ ਦੇ ਹੋਰ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜਿਹਦੇ ਹਿਰਦੇ ਵਿੱਚ ਨਾਮ ਵਸਦਾ ਹੈ, ਜਿਹੜਾ ਸਿਫਤ ਸਲਾਹ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ, ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਐ ਸਰਬੁਲੰਦ ਖਾਂ ਕਿਹੜੀ ਪਾਤਸ਼ਾਹੀ ਦੀ ਗੱਲ ਕਰਦਾ ਹੈ, ਉਹ ਪਾਤਸ਼ਾਹੀਆਂ ਤੇ ਪੈਰਾਂ ਦੇ ਵਿੱਚ ਰੋਲਾਂਗੇ, ਖਾਲਸੇ ਦਾ ਨਿਸ਼ਾਨ ਝੂਲੇਗਾ, ਤੂੰ ਕਿਹੜੀ ਪਾਤਸ਼ਾਹੀ ਦੀ ਗੱਲ ਕਰਦਾ ਹੈ। ਚਾਹੇ ਤੂੰ ਮੈਂ ਅਸੀਂ ਕੈਦ ਰੱਖਿਓ। ਅਸੀਂ ਤਾਂ ਤੈਨੂੰ ਹੁਣ ਜਿਹੜਾ ਹੈ ਬਸ ਕੈਦ ਕਰਕੇ ਰੱਖਿਆ ਹੈ। ਇਤ ਕਰ ਹੋ ਜਗ ਮੈਂ ਵਾਚਾ। ਤੇ ਇਹ ਸਾਰਾ ਇਤਿਹਾਸ ਜਗਤ ਵਾਚੇਗਾ ਕਿ ਅਬਦਾਲੀ ਦਾ ਚਾਚਾ ਸਿੰਘਾਂ ਨੇ ਕੈਦ ਕੀਤਾ ਸੀ। ਚੜ੍ਹ ਸਿੰਘ ਫਲ ਰੱਖਿਓ ਸ਼ਾਹ ਕੋ ਚਾਚਾ। ਤੇ ਕਹਿਣਗੇ ਲੋਕ ਕਿ ਚੜ੍ਹਤ ਸਿੰਘ ਨੇ ਇੱਕ ਵਾਰੀ ਜਿਹੜਾ ਸੀ ਨਾ ਅਬਦਾਲੀ ਦਾ ਚਾਚਾ ਫੜ ਲਿਆ ਸੀ। ਸਿਰ ਬੁਲੰਦ ਤਬ ਅੱਗਿਓ ਸੁਣਾਈ। ਉਦੋਂ ਸਰ ਬੁਲੰਦ ਖਾਨ ਨੇ ਅੱਗੋਂ ਕੋਈ ਗੱਲ ਕਹੀ ਹੈ। ਇਸ ਤੇ ਭਲੀ ਇੱਕ ਔਰ ਗੱਲ ਆਹੀ। ਕਹਿਣ ਲੱਗਾ ਬਾਬਾ ਜੀ ਇੱਕ ਸਲਾਹ ਦੇਵਾਂ ਤੁਹਾਨੂੰ। ਕਹਿਣ ਲੱਗੇ ਕੀ? ਆਂਦੇ ਮੇਰੀ ਆ ਬੇਨਤੀ ਸੁਣ ਲਓ। ਸ਼ਾਹ ਚਾਚਾ ਫੜ ਕੇ ਛੱਡ ਦਿਓ। ਤੂੰ ਏਦਾਂ ਕਰ ਅਬਦਾਲੀ ਦਾ ਚਾਚਾ ਫੜ ਕੇ ਛੱਡ ਦੇ। ਸ਼ਾਹ ਤੇ ਹੈ ਹੀ ਹੈ ਤੂੰ, ਪਰ ਇੱਕ ਕੰਮ ਕਰ, ਮੈਨੂੰ ਫੜ ਤੇ ਲਿਆ ਏ, ਪਰ ਹੁਣ ਤੂੰ ਮੈਨੂੰ ਜਿਹੜਾ ਹੈ ਛੱਡ ਦੇ। ਸ਼ਾਹ ਫਿਰ ਸ਼ਾਹ ਸੋ ਕਹਿਓ। ਤੇ ਤੈਨੂੰ ਦੁਨੀਆ ਜਿਹੜੀ ਹੈ ਨਾ ਅਬਦਾਲੀ ਤੋਂ ਵੱਡਾ ਵੀ ਸ਼ਾਹ ਜਿਹੜਾ ਜਾਣੇਗੀ। ਤੂੰ ਹੁਣ ਫੜ ਤੇ ਲਿਆ, ਤੇਰੀ ਅਧੀਨਗੀ ਮੰਨ ਲਈ ਹੈ, ਤੂੰ ਮੈਨੂੰ ਹੁਣ ਛੱਡ ਦੇ। ਦੁਬਰਾ ਚੜ੍ਹ ਸਿੰਘ ਸੁਣ ਚਿਤ ਮੈਂ ਬਸੀ ਦੀਨੋ ਉਸੈ ਤੁਰਾਏ। ਜਦੋਂ ਬਾਬਾ ਚੜ੍ਹਤ ਸਿੰਘ ਜੀ ਉਹਨਾਂ ਨੇ ਇਹ ਬਚਨ ਸੁਣੇ ਨਾ ਤੇ ਉਹ ਦੂਰ ਅੰਦੇਸ਼ੀ ਵਾਲੇ ਸਨ। ਇੱਕ ਪਾਸੇ ਤਾਂ ਹਾਕਮ ਨੂੰ ਜਿਹੜਾ ਹੈ ਪੈਰਾਂ ਥੱਲੇ ਰੋਲ ਦਿੱਤਾ। ਇਹ ਹੈ ਸਿੱਖ ਦੀ ਬਹਾਦਰੀ, ਇਹ ਹੈ ਖਾਲਸੇ ਦਾ ਜਪ ਤਪ। ਤੇ ਹੁਣ ਖਾਲਸੇ ਦੀ ਦਰਿਆਦਿਰੀ ਦੇਖੋ। ਕਹਿਣ ਲੱਗੇ ਜੇ ਇਹਨੂੰ ਛੱਡ ਦਈਏ ਤੇ ਸਾਡਾ ਤੇ ਨਾਮਾਨਾ ਜਿਹੜਾ ਹੈ ਹੋਰ ਉੱਚਾ ਹੋ ਜਾਣਾ। ਜਿਹੜੀ ਇਹ ਗੱਲ ਕਹਿੰਦਾ ਪਿਆ ਵਾਕਈ ਸੱਚੀ ਹੈ ਕਿ ਜਦੋਂ ਸਿੰਘ ਕਿਰਪਾਨ ਚਲਾਉਣ ਤੇ ਆਵੇ ਤੇ ਅਬਦਾਲੀਆਂ ਦੇ ਚਾਚੇ ਵੀ ਜਿਹੜਾ ਉਹ ਕੈਦ ਕਰ ਲੈਂਦਾ ਹੈ। ਤੇ ਜਦੋਂ ਦਰਦਾ ਵਾਹਿਗੁਰੂ ਦਰਿਆ ਦਿਲੀ ਵਿਖਾਵੇ ਤੇ ਉਦੋਂ ਕੈਦ ਕੀਤੇ ਹੋਇਆ ਨੂੰ ਵੀ ਉਹ ਛੱਡ ਦਿੰਦਾ ਹੈ। ਜੋ ਸ਼ਰਨ ਆਏ ਤਿਸ ਕੰਠ ਲਾਏ ਹਰ ਬਿਰਧ ਸੁਆਮੀ ਛੰਦਾ। ਇਹ ਸ਼ਰਨ ਇਹਨੇ ਕਬੂਲ ਕੀਤੀ, ਇਹਨੂੰ ਛੱਡ ਦੇਣਾ ਚਾਹੀਦਾ ਹੈ। ਖਰਚ ਦਿਓ ਉਸ ਰਾਹ ਕੋ। ਉਦੋਂ ਫਿਰ ਛੱਡ ਦਿੱਤਾ ਅਬਦਾਲੀ ਦਾ ਚਾਚਾ। ਤੇ ਇੰਨਾ ਸਤਿਕਾਰ ਕੀਤਾ ਜੀ ਖਾਲਸੇ ਨੇ। ਉਹਨੂੰ ਉੱਥੋਂ ਤੱਕ ਅਬਦਾਲੀ ਤੱਕ ਪਹੁੰਚਣ ਵਾਸਤੇ ਇੱਕ ਘੋੜਾ ਦਿੱਤਾ, ਨਾਲ ਉਹਨੂੰ ਰਾਹ ਦਾ ਖਰਚ ਦੇ ਦਿੱਤਾ ਹੈ। ਦੀਨੋ ਅਟਕ ਟਪਾਏ। ਤੇ ਨਾਲ ਉਹਨਾਂ ਨੇ ਫਿਰ ਦਰਿਆ ਅਟਕ ਜਿਹੜਾ ਸੀ ਨਾ ਉਹ ਆਪ ਟਪਾਇਆ। ਵੀ ਲੈ ਜਾ ਸਰਬੁਲੰਦ ਖਾਂ, ਜਾ ਕੇ ਆਪਣੇ ਭਤੀਜੇ ਨੂੰ ਕਹਿ ਦੀ ਕਿ ਮੈਨੂੰ ਉਹਨਾਂ ਨੇ ਕੈਦ ਕੀਤਾ ਜਿਨ੍ਹਾਂ ਦੇ ਪਿੱਛੇ ਤੂੰ ਦੌੜਿਆ ਫਿਰਦਾ ਹੈ। ਤੂੰ ਕਹਿਣਾ ਪੰਜਾਬ ਆਪਣੇ ਪੈਰਾਂ ਥੱਲੇ ਰੋਲਣਾ ਹੈ। ਖਾਲਸਾ ਜਿਹੜਾ ਹੁਣ ਅਟਕ ਟੱਪ ਚੁੱਕਾ ਹੈ, ਕਿਤੇ ਭਲੇਖੇ ਦੇ ਵਿੱਚ ਨਾ ਰਹਿ ਜਾਈ। ਦਿਨੋਂ ਦਿਨ ਨਿਸ਼ਾਨ ਹੁਣ ਵਧਣਗੇ, ਖਾਲਸੇ ਦੇ ਘਟਣਗੇ ਨਹੀਂ। ਅਬਦਾਲੀ ਇਹ ਗੱਲ ਤੂੰ ਹੁਣ ਜਿਹੜੀ ਹੈ ਸਰਬੁਲੰਦ ਖਾਂ ਆਪਣੇ ਭਤੀਜੇ ਨੂੰ ਜਾ ਕੇ ਕਹਿ ਦੇ। ਜੈਸੀ ਸੁਣੀ ਤੈਸੀ ਲਿਖੀ ਰਤਨ ਸਿੰਘ ਇਹ
ਆਂਦੇ ਬਾਬਾ ਰਤਨ ਸਿੰਘ ਜੀ ਭੰਗੂ ਸ਼ਹੀਦ ਕਹਿੰਦੇ ਜਿੱਦਾਂ ਮੈਂ ਸੁਣੀ ਸੀ ਵੱਡਿਆਂ ਵਡੇਰਿਆਂ ਕੋ ਉਦਾਂ ਇਹ ਗੱਲ ਕਹਿ ਦਿੱਤੀ ਹੈ। ਲੋਕਨ ਤੇ ਮੈਂ ਜਿਮ ਸੁਨੇ ਤੇ ਮੈਂ ਕਰੀ ਵਿਖਿਆਤ। ਸੋ ਗੁਰ ਕੀ ਸੰਗਤ ਜੀ ਇਸ ਤਰ੍ਹਾਂ ਸਰ ਬੁਲੰਦ ਖਾਨ ਨੂੰ ਸਿੱਖਾਂ ਨੇ ਆਪਣੇ ਅਧੀਨਗੀ ਵੀ ਕੀਤੀ ਤੇ ਉਹਦੇ ਬਾਅਦ ਦਰਿਆ ਦਰੀ ਵਿਖਾਉਂਦਿਆਂ ਹੋਇਆਂ ਆਪਣਾ ਨਾਮ ਸਦਾ ਇਤਿਹਾਸ ਵਿੱਚ ਕਾਇਮ ਰੱਖਣ ਵਾਸਤੇ ਕਿ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਅਬਦਾਲੀ ਦੇ ਚਾਚੇ ਨੂੰ ਵੀ ਇੱਕ ਵਾਰੀ ਗ੍ਰਿਫਤਾਰ ਕਰ ਲਿਆ ਸੀ ਅਧੀਨਗੀ ਬਣਾ ਕਰਕੇ, ਫਿਰ ਉਹਨੂੰ ਦਰਿਆ ਦਰੀ ਵਿਖਾਉਂਦਿਆਂ ਹੋਇਆਂ ਇੰਨੇ ਜਿਹੜੇ ਨੇ ਖੁਸ਼ ਦਿਲ ਨੇ ਸਿੱਖ ਕਿ ਆਏ ਹੋਏ ਨੂੰ ਵੀ ਫਿਰ ਜਿਹੜਾ ਹੈ ਉਹ ਬਖਸ਼ ਦਿੰਦੇ ਨੇ। ਅਬਦਾਲੀ ਆਪਣੀਆਂ ਪੁਸ਼ਤਾਂ ਤੱਕ ਇਸ ਘਟਨਾ ਨੂੰ ਜਿਹੜਾ ਹੈ ਉਹ ਯਾਦ ਰੱਖੇਗਾ ਕਿ ਕਿਹਨਾਂ ਦੇ ਨਾਲ ਮੈਂ ਜਿਹੜਾ ਹੈ ਉਹ ਮੱਥਾ ਲਾਇਆ। ਜਿੱਥੇ ਮੱਥਾ ਜਿਹੜਾ ਹੈ ਫਿਰ ਟਿਕ ਨਹੀਂ ਸਕਦਾ ਉੱਥੇ ਜਿਹੜਾ ਹੈ ਖਮਿਆਜਾ ਭੁਗਤਣਾ ਵੀ ਪਵੇਗਾ। ਇੰਨੀ ਸੇਵਾ ਪ੍ਰਵਾਨ ਕਰਨੀ ਜੀ।